टीवी एनआरआई देख रहे हो तुसी ते मैं हाँ तुहाडे नाल ही ना ईवनिंग बुलेटिन लैके एक बार फिर तो हाजिर हाँ। खबरां दी शुरुआत करते हैं अज दीआं मुख खबरां दे नाल। गुरदासपुर दे नौजवान दी पुर्तगाल विच होई मौत। समराला दे पिंड सियाला च किसान वल्लों आड़ती दा कर्जा ना देण ते आड़तीआ पहुंचिया घर ते कब्जा करन, किसान ने कीता पुलिस दे हवाले। पंजाबी गायक जैज़ी बी दा ट्विटर अकाउंट सस्पेंड। गुरदासपुर तो मैंबर ऑफ पार्लियामेंट सन्नी दिओल के खिलाफ लगे गुमशुदगी के पोस्टर। आओ नज़र मार लेंदे हैं कुछ विस्तार दे नाल इन्हां खबरां ते। पंजाब तो हर साल कई नौजवान विदेश विच जांदे ने अपने चंगे भविख दे लई, पर जदों मृतक दे उन्हां दे घर परतदी है तां परिवार दे उत्ते दुखां दा पहाड़ टुट जांदा है। ताज़ा मामला सामने आया है गुरदासपुर तो, जिथे एक लोता उन्हां दा पुत्तर जो है पुर्तगाल विच जांदा है अपने चंगे भविख दे लई, पर उस दी मौत हो जांदी है। की है पूरा मामला, आओ जानते हैं। जिला गुरदासपुर के कस्बा कानूवान के एक नौजवान की पुर्तगाल विच मौत हो जाने का समाचार मिले है, जिस तो बाद मृतक के पिता ठाकुर परशोत्तम ने दस्सिया कि उन्हां दा पुत्तर 4 साल पहला यूरोप विच रोजगार खातर गया सी। नवंबर 2020 विच वो पुर्तगाल दा स्थाई वसनीक बन गया सी अते हुण वो वधिया कारोबार करदे होए उन्हां दा सहारा भी बन गया सी। पर एतवार दी शाम नूं पुर्तगाल तो फोन राही कस्बा वासियां नूं संदीप दी मौत दी खबर मिली, जिस तो बाद उन्हां दे पैरां थल्लों जमीन खिसक गई। उन्होंने कहा कि जानकारी मिली है कि किसी गंभीर बीमारी की चपेट च आने कारण उसकी मौत हो गई है। परिवार के पिंड वासियों ने केंद्र सरकार के राज्य सभा मैंबर प्रताप सिंह बाजवा के मुख्यमंत्री पंजाब कैप्टन अमरिंदर सिंह तो मांग की कि संदीप की मृतक देह नूं भारत मंगवाया जाए तां जो वो धार्मिक रस्मां दे नाल अपने पुत्र का अंतिम संस्कार कर सकन। संदीप ठीक है ते उत्थे ये पता लगा है कि उल्टी आई है तो उल्टी ब्लड की आने करके तो उस तो बाद कोई नाली फट गई है, किसी की डेथ हो गई। तो असीं चाहते हैं कि साढ़े बच्चे इलाज साढ़े कोल आ। प्रशासन को मांग करते कि साढ़े बच्चे इत्थे मकान का प्रबंध किया ताकि अपने पूरे संस्कार अपने घर कर सके। बच्चा ਇਹਦਾ ਨਾਂ ਕੀ ਬੱਚੇ ਦਾ ਨਾਂ ਕੀ ਸੀ? ਉਹ ਸੰਦੀਪ ਠਾਕਰ ਉਹ ਮੇਰਾ ਬੱਚਾ ਕਿੰਨਾ ਚਿਰ ਹੋਇਆ ਬਾਹਰ ਗਏ ਨੂੰ? ਹਾਏ ਕਿੰਨਾ ਚਿਰ ਹੋਇਆ ਇਹਨੂੰ ਬਾਹਰ ਗਏ ਨੂੰ? ਉੱਥੇ ਤਾਂ ਗਏ ਨੇ 2 ਸਾਲ ਹੋਏ ਨਾ, 4 ਸਾਲ ਹੋ ਗਏ ਨਾ, 4 ਸਾਲ ਹੋ ਗਏ ਨੇ ਗਏ ਨੂੰ। ਤੁਹਾਡੇ ਕੋਲੋਂ ਇੱਥੋਂ ਕਦੋਂ ਦਾ ਗਿਆ? ਕਿਹੜੇ 4 ਸਾਲ ਹੋ ਗਏ ਨਾ। ਉਹਨੂੰ ਛੁੱਟੀ ਆਣਾ, ਉਹਨੇ ਮੈਂ ਮੰਮੀ ਅਗਲੇ ਮਹੀਨੇ ਛੁੱਟੀ ਆਣਾ। ਹਾਏ ਉਹ ਮੈਂ ਕਿੱਥੋਂ ਲੈਣਾ ਆਪਣਾ ਬੱਚਾ? ਹਾਏ ਮੈਂ ਮਰਾਂ, ਉਹ ਮੇਰਾ ਬੁੱਢੀ ਦਾ ਕੋਈ ਜੀਣ ਨਹੀਂ ਆ। ਹਾਏ ਕੋਸ਼ਿਸ਼ ਅਸੀਂ ਦੇਖੋ ਹੀ ਚਾਹੁੰਦੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਸਾਡੀ ਜਿਹੜਾ ਬੱਚੇ ਦੀ ਲਾਸ਼ ਵਾਪਸ ਆ ਜਾਏ, ਡੈਡ ਬਾਡੀ ਵਾਪਸ ਆ ਜਾਏ। ਚਲੋ ਉਹਦਾ ਘਰ ਦੇ ਸਾਰੇ ਬੱਚੇ ਦੇਖਦੇ ਸੰਸਕਾਰ ਹੋ ਸਕਦਾ ਹੋਵੇ। ਬਾਕੀ ਤਾਂ ਹੁਣ ਜਿਹੜਾ ਕੋਸ਼ਿਸ਼ ਇਸੇ ਚੀਜ਼ ਦੀ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਜਿਹੜਾ ਨਾ ਮਸਲਾ ਹੱਲ ਹੋ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ। ਕੋਈ ਤੁਸੀਂ ਸੰਪਰਕ ਕੀਤਾ ਕਿਸੇ ਨਾਲ ਕਿ ਵਿਦੇਸ਼ ਮੰਤਰਾਲੇ ਨਾਲ, ਕਿਸੇ ਆਪਣੇ ਲੋਕਲ ਲੀਡਰ ਨਾਲ, MP ਨਾਲ ਕੋਈ? ਅਜੇ ਨਹੀਂ ਕੀਤਾ ਕੋਈ ਵੀ। ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰਕਾਰ ਨੂੰ? ਅਜੇ ਸਾਨੂੰ ਉਹਦਾ ਮੈਸੇਜ ਉਹਦਾ ਮਿਲਿਆ ਨਹੀਂ। ਅਜੇ ਸਾਨੂੰ ਉਹਨਾਂ ਦਾ ਮੈਡੀਕਲ ਰਿਪੋਰਟ ਹੀ ਨਹੀਂ ਮਿਲੀ। ਮੈਡੀਕਲ ਰਿਪੋਰਟ ਹੀ ਮਿਲਦੀ ਆ ਫਿਰ ਹੀ ਉਹਦੀ ਬਹਿਸ ਕਰਕੇ ਤੇ ਸਾਰੀ ਕੋਸ਼ਿਸ਼ ਕਰਦੇ ਹਾਂ। ਸਰਕਾਰ ਨੂੰ ਕਹਿੰਦੇ ਸਾਰਿਆਂ ਨੂੰ ਕੋਸ਼ਿਸ਼ ਕਰਦੇ ਹਾਂ ਵੀ ਦੱਸਿਆ ਜਾਵੇ ਇਹਨਾਂ ਨੂੰ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਨਾ ਮੰਗਾ ਕੇ ਦਿੱਤਾ ਜਾਵੇ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਤੇ ਟੀਵੀ ਐਨਆਰਆਈ। ਸਮਰਾਲਾ ਦੇ ਪਿੰਡ ਸਿਆਲਾ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਇੱਕ ਕਿਸਾਨ ਦੇ ਵੱਲੋਂ ਆੜਤੀ ਤੋਂ ਕੁਝ ਪੈਸੇ ਲਏ ਗਏ ਸਨ, ਪਰ ਕਰਜ਼ਾ ਨਾ ਮੋੜਨ ਦੀ ਸਥਿਤੀ ਦੇ ਵਿੱਚ ਜੋ ਆੜਤੀ ਹੈ ਆਪਣੇ ਸਾਥੀਆਂ ਨੂੰ ਲੈ ਕੇ ਕਿਸਾਨ ਦੇ ਘਰ ਚਲਾ ਜਾਂਦਾ ਹੈ ਤੇ ਉਸਦੇ ਘਰ ਤੇ ਕਬਜ਼ਾ ਕਰਨ ਦੀ ਗੱਲ ਇਸ ਆੜਤੀ ਦੇ ਵੱਲੋਂ ਕਹੀ ਜਾਂਦੀ ਹੈ, ਜਿਸ ਤੋਂ ਬਾਅਦ ਇੱਥੇ ਖੂਨੀ ਝੜਪ ਵੀ ਹੁੰਦੀ ਹੈ ਅਤੇ ਇਸ ਤੋਂ ਬਾਅਦ ਕਿਸਾਨ ਦੇ ਪਰਿਵਾਰਿਕ ਮੈਂਬਰ ਆੜਤੀ ਅਤੇ ਉਸਦੇ ਸਾਥੀ ਨੂੰ ਫੜ ਲੈਂਦੇ ਨੇ ਅਤੇ ਪੁਲਿਸ ਨੂੰ ਬੁਲਾ ਕੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਸਮਰਾਲਾ ਦੇ ਪਿੰਡ ਸਿਆਲਾ 'ਚ ਇੱਕ ਕਿਸਾਨ ਵੱਲੋਂ ਆੜਤੀ ਤੋਂ ਕੁਝ ਕਰਜ਼ਾ ਲਿਆ ਜਾਂਦਾ ਹੈ ਅਤੇ ਇਹ ਕਰਜ਼ਾ ਨਾ ਮੋੜਨ ਤੇ ਆੜਤੀਆ ਆਪਣੇ ਸਾਥੀਆਂ ਸਮੇਤ ਕਿਸਾਨ ਦੇ ਘਰ ਚਲਾ ਜਾਂਦਾ ਹੈ ਅਤੇ ਉੱਥੇ ਗੁੰਡਾਗਰਦੀ ਵੀ ਕਰਦਾ ਹੈ ਅਤੇ ਉਹਨਾਂ ਦੇ ਘਰ ਤੇ ਕਬਜ਼ਾ ਕਰਨ ਦੀ ਉਸ ਦੇ ਵੱਲੋਂ ਗੱਲ ਕਹੀ ਜਾਂਦੀ ਹੈ।
ਇਸ ਦੌਰਾਨ ਖੂਨੀ ਝੜਪ ਹੋ ਜਾਂਦੀ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਇਸ ਦੌਰਾਨ ਕਿਸਾਨ ਦੇ ਘਰ ਦੀਆਂ ਔਰਤਾਂ ਦੇ ਕੱਪੜੇ ਤੱਕ ਫਾੜ ਦਿੱਤੇ ਗਏ, ਜਿਸ ਤੋਂ ਬਾਅਦ ਆੜਤੀਆ ਤੇ ਉਹਨਾਂ ਦੇ ਨਾਲ ਆਏ ਸਾਥੀਆਂ ਨੂੰ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਘਰ 'ਚ ਹੀ ਫੜ ਲਿਆ ਗਿਆ ਅਤੇ ਪੁਲਿਸ ਨੂੰ ਬੁਲਾ ਕੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਬਾਰੇ ਕਿਸਾਨ ਦਾ ਕਹਿਣਾ ਹੈ ਕਿ ਅਸੀਂ ਜੋ ਰੁਪਏ ਲਏ ਸੀ ਉਹ ਅਸੀਂ ਆੜਤੀਏ ਨੂੰ ਮੋੜ ਦਿੱਤੇ ਸੀ, ਪਰ ਆੜਤੀਆ ਸਾਡੇ ਨਾਲ ਧੱਕਾ ਕਰ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ ਗੱਲ ਕਰਦੇ ਹਾਂ ਹੋਰ ਇਸ ਕਿਸਾਨ ਦਾ ਕੀ ਕਹਿਣਾ ਹੈ। ਜਗਜੀਤ ਸਿੰਘ ਭੱਟੀ ਹੈ ਸਿਹਾਲਾ। ਕੀ ਗੱਲ ਹੋਈ ਆ ਜਿਹੜਾ ਗੱਲ ਐ ਆ ਜੀ, ਇਹ ਪੁਰਾਣੀ ਗੱਲ ਆ ਜੀ, ਬਹੁਤ 98 ਸੰਨ ਤੋਂ ਚੱਲੀ ਆਉਂਦੀ ਗੱਲ ਆ ਜੀ। 98 ਸੰਨ ਦੇ ਵਿੱਚ ਅਸੀਂ ਇਹਨਾਂ ਦੇ 97 98 2000 ਦੇ ਵਿੱਚ ਇਹਨਾਂ ਦੇ ਅਸੀਂ ਫਸਲ ਛੱਡਦੇ ਸੀ। ਇਹ ਲਖਵਿੰਦਰ ਸਿੰਘ ਆ ਜੀ। 2003 ਤੱਕ ਅਸੀਂ ਇਹਨਾਂ ਦੇ ਕੌਣ? ਲਖਵਿੰਦਰ ਸਿੰਘ ਆੜਤੀ ਟੋਡਰਪੁਰ ਤੋਂ। ਅੱਛਾ ਜੀ। ਇਹਨਾਂ ਦੇ ਅਸੀਂ 2003 ਦੇ ਵਿੱਚ ਸਾਡਾ ਹਿਸਾਬ ਹੋਇਆ ਜੀ, ਸਾਡਾ 47000 ਰੁਪਇਆ ਨਿਕਲਿਆ ਸੀ ਟੋਟਲ। ਤੇ ਜੀ 47000 ਰੁਪਏ ਨਿਕਲਣ ਤੋਂ ਬਾਅਦ ਕੁਝ ਸਮਾਂ ਬਾਅਦ ਮੈਂ ਵਿਦੇਸ਼ ਚਲਿਆ ਗਿਆ ਜੀ। ਇਹਨੂੰ ਪ੍ਰਨੋਟ ਕਰਾਇਆ ਸੀਗਾ ਜੀ। ਉੱਥੋਂ ਮੈਂ 2 ਵਾਰ ਪੈਸੇ ਪਾਤੇ ਜੀ, ਇੱਕ ਵਾਰ 35000 ਰੁਪਇਆ ਪਾਇਆ, ਇੱਕ ਵਾਰ 25000 ਰੁਪਇਆ ਪਾਇਆ ਜੀ। ਠੀਕ ਹੈ ਜੀ। ਹੁਣ ਬਾਅਦ 'ਚ ਇਹਨੇ ਫਿਰ ਉਹਦਾ ਪ੍ਰਨੋਟ ਦਾ ਕੇਸ ਲਾਤਾ ਜੀ, ਲੰਬਾ ਸਮਾਂ ਕੇਸ ਚੱਲਾ, ਇੱਕ ਤਰਫਾ ਕੇਸ ਕਰਾ ਕੇ ਜੀ ਬਗੈਰ ਸੰਮਣਾ ਤੋਂ ਇਹ ਆਪਣਾ ਉਹ ਕਰ ਗਿਆ ਜੀ, ਡਿਗਰੀ ਕਰਵਾ ਗਿਆ। ਜਿਸ ਟਾਈਮ ਡਿਗਰੀ ਹੋਈ ਉਸ ਟਾਈਮ ਵੀ ਮੈਂ ਇੱਥੇ ਨਹੀਂ ਸੀਗਾ। ਫਿਰ ਆ ਪਿੱਛੇ ਕਈ ਦਿਨਾਂ ਤੋਂ ਗੱਲ ਚੱਲਦੀ ਆਉਂਦੀ ਹੈ ਜੀ। ਇਹਨੂੰ ਕਿਹਾ ਭਾਈ ਤੂੰ ਉਹਦੇ ਪੈਸੇ ਲੈ ਲਾ ਲੱਖ ਰੁਪਈਆ। ਠੀਕ ਹੈ ਜੀ, ਵੀ ਲੱਖ ਰੁਪਈਆ ਤੈਨੂੰ ਹੋਰ ਦੇ ਦਿੰਦੇ ਆ। ਇਹ ਕੁਛ ਸਾਡੇ ਪਿੰਡ ਦੇ ਸ਼ਰਾਰਤੀ ਅਨਸਰ ਨੇ, ਕੁਛ ਇਹ ਬੰਦਾ ਦਿਨੀ ਸ਼ਰਾਬ ਪੀ ਕੇ ਰੱਖਦਾ ਜੀ। ਇਹਨੇ ਮੇਰੀ ਸੁਣੀ ਨਹੀਂ ਹੈਗੀ ਜੀ। ਮੈਂ ਇਹਨੂੰ ਕਈ ਵਾਰ ਕਹਿ ਲਿਆ ਵੀ ਭਾਈ ਤੁਸੀਂ ਪੈਸਿਆਂ ਦਾ ਨਿਬੇੜ ਦਿਓ। ਮੈਂ 2 ਮੁੰਡੇ ਪਿੰਡ ਦੇ ਲੈ ਕੇ ਆਇਆ ਪਰਸੋਂ ਚੌਥੇ ਜੇ ਪਿੰਡ ਵੀ ਇਹ, ਉਹਨਾਂ ਨੂੰ ਵੀ ਇਹੀ ਗੱਲ ਕਹੀ ਵੀ ਤੁਸੀਂ ਸਾਡਾ ਨਿਬੇੜ ਦਿਓ, ਵੀ ਮੈਂ ਪੈਸੇ ਦੇ ਦਾਂਗੇ ਅਸੀਂ ਇਹਨੂੰ, ਹੈ ਨਾ ਜੀ। ਇਹ ਕਹਿੰਦਾ ਵੀ ਮੈਂ ਤਾਂ 19 ਲੈਣੇ ਆ ਪੂਰੇ, ਜੇ ਉਹ ਦਾਰੂ ਇਹਦੀ ਪੀਤੀ ਹੋਈ ਸੀ ਜੀ। ਕੀ ਕਰਿਆ ਕਿ ਕਰਿਆ? ਹਾਂ ਜੀ, ਅੱਜ ਇਹਨਾਂ ਨੇ ਅਸੀਂ ਜਦ ਸਾਰਾ ਟੱਬਰ ਮਤਲਬ ਬੱਚੇ ਘਰ ਸੀਗੇ ਜੀ, ਹੋਰ ਤਾਂ ਪਰਿਵਾਰ ਦੇ ਮੈਂਬਰ ਨਹੀਂ ਸੀਗੇ। ਤੇ ਮੇਰੀ ਵਾਈਫ ਨੂੰ, ਮੇਰੇ ਬੇਟੇ ਦੇ ਸਿਰ ਦੇ ਵਿੱਚ ਇਹਨਾਂ ਨੇ ਸੱਟਾਂ, ਬਹੁਤ ਸੱਟਾਂ ਮਾਰੀਆਂ। ਮੁੰਡਾ ਸੁਜਾਇਆ ਪਿਆ ਅੰਦਰ, ਉਂਗਲੀ ਵੀ ਤੋੜਤੀ ਲੱਤ ਤੇ। ਮੇਰੀ ਵਾਈਫ ਦੇ ਢਿੱਡ 'ਚ ਲੱਤਾਂ ਮਾਰੀਆਂ ਜੀ। ਇਹਦਾ ਮੁੰਡਾ ਇੱਕ ਬਹੁਤ ਜ਼ਿਆਦਾ ਚੱਟੇ ਦਾ ਆਦੀ ਆ ਜੀ। ਜਿੱਥੇ ਕਹਿੰਦੇ ਜੀ ਆੜਤੀ ਇਹ ਤਾਂ ਕਿਸਾਨ ਦਾ ਨੌਨ ਰਿਸ਼ਤਾ ਮਸਤਾ ਹੁੰਦਾ, ਇੱਥੇ ਇਹ ਕੀ ਲੱਗਦਾ ਤੁਹਾਨੂੰ? ਬਸ ਜੀ, ਇਹਦਾ ਇੱਕ ਸਾਡੇ ਨਾਲ ਹੀ ਨਹੀਂ ਹੈਗਾ ਜੀ। ਇਹਨੇ ਸਾਡੇ ਪਿੰਡ ਦੇ ਵਿੱਚ 10-15 ਬੰਦਿਆਂ ਦੀ ਜ਼ਮੀਨ ਹਥਿਆ ਲਈ ਜੀ ਇਸ ਬੰਦੇ ਨੇ। ਨਸਰਾਲੀ ਵਾਲਿਆਂ ਦੀ, ਚੌਧਰੀਆਂ ਦੀ, ਹੋਰ ਬਹੁਤ ਲਾਣਿਆਂ ਦੀ। ਇੱਕ ਤਾਂ ਵਿਚਾਰੇ ਦਾ ਘਰ ਤੱਕ ਵੀ ਲੈ ਗਿਆ ਇਹ ਬੰਦਾ। ਨੇ ਕੀ ਕਹਾਂਗੇ ਤੁਸੀਂ, ਕੀ ਮੰਗ ਕਰਦੇ ਹੋ? ਮੰਗ ਕੀ ਕਰਨੀ ਹੈ ਜੀ? ਇਹੋ ਜਿਹਾ ਬੰਦਾ ਜਿਹਦੇ ਤੇ 100 ਕੇਸ ਆ ਜੀ, ਇਹਦਾ ਇੱਕ ਕੇਸ ਥੋੜੀ ਆ। ਇਹਨੇ ਤਾਂ ਸਾਰੇ ਜਿਹਦੇ ਜਿੱਥੇ ਵੀ ਆੜੀ ਲਾਈ ਆ ਸਾਰਾ ਕੁਝ ਬਰਬਾਦ ਕਰਕੇ ਨਿਕਲਿਆ ਉੱਥੋਂ। ਇਹਦਾ ਸਿਰਫ 49000 ਰੁਪਏ ਦਾ ਸਾਡਾ ਰੌਲਾ ਸੀ, ਜਿਹ ਚੋਂ 60000 ਰੁਪਏ ਮੈਂ ਆਲਰੇਡੀ ਦੇ ਚੁੱਕਿਆ। 49 ਤੋਂ ਵੱਧ ਤੁਸੀਂ ਦੇ ਚੁੱਕੇ ਹੋ। ਫਿਰ ਤੁਸੀਂ ਬਾਈ ਇਹਦੀ ਕੁੱਤੀ ਆਦਤ ਹੈ ਜੀ ਇਹ। ਬਸ ਅੱਗੇ ਵੀ ਇਹਦਾ ਮੂੰਹ ਪਿਆ ਹੋਇਆ ਜੀ। ਹੁਣ ਇਹਦਾ ਟਰੈਕਟਰ ਲੈ ਕੇ, ਟਰੈਕਟਰ ਆ ਗੱਡੀ ਖੜੀ ਆ ਜੀ, ਇੱਥੇ ਗੱਡੀ ਖੜੀ ਸੀ ਇੱਕ ਇਹਦੀ। ਟਰੈਕਟਰ ਤੁਹਾਡੇ ਘਰ ਹੀ ਹੈ? ਹਾਂ ਜੀ, ਟਰੈਕਟਰ ਅਸੀਂ ਫੜ ਕੇ ਅੰਦਰ ਖੜਾ ਲਿਆ ਜਵਾਕਾਂ ਨੇ ਜੀ। ਇਹਦਾ ਕੀ ਗੱਲ ਕੀ ਅੱਜ ਕਾਹਦਾ ਸ਼ਰਾਬ ਕਬਜ਼ਾ ਲੈਣ ਆਇਆ ਸੀਗਾ ਜੀ ਅੱਜ ਦਾਰੂ ਪੀ ਕੇ, ਐਤਵਾਰ ਵਾਲੇ ਦਿਨ ਵੀ। ਕਿਹੜਾ ਕਿਤੇ ਕੋਈ ਸੁਣਨੀ ਨਹੀਂ ਕਿਸੇ ਦੀ ਇਹਨਾਂ ਨੇ। ਤੁਸੀਂ ਕਿਸਾਨ ਜਥੇਬੰਦੀਆਂ ਜਾਂ ਹੋਰਾਂ ਨੂੰ ਕੋਈ ਗੱਲ ਕਰੀ ਕਿਸੇ ਨਾਲ? ਹੁਣ ਪਤਾ ਹੀ ਹੁਣੇ ਤਾਂ ਹੋਇਆ ਜੀ, ਹਲੇ ਘੰਟਾ ਹੀ ਡੇਢੇ ਹੋਇਆ ਜੀ ਸਾਰਾ। ਹੁਣ ਅਸੀਂ ਗਾਹਾਂ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਸੰਪਰਕ ਬਣਾਵਾਂਗੇ ਅੱਗੇ। ਹੁਣ ਇਹ ਬੰਦਾ ਅਸੀਂ ਘਰੇ ਬੰਨਿਆ ਹੋਇਆ ਜੀ। ਇਹ ਘਰੇ ਬੈਠਾ। ਤੁਸੀਂ ਦੱਸਤਾ, ਫੋਨ ਕਰਤਾ ਪੁਲਿਸ ਨੂੰ? ਪੁਲਿਸ ਨੂੰ ਅਸੀਂ ਫੋਨ ਕਰਤਾ ਜੀ। ਉੱਥੇ ਹੀ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ, ਐ ਵੀ ਜ਼ਰਾ ਸੁਣੋ। ਗੌਰਾ ਜੀ, ਕਿਹੜਾ ਪਿੰਡ ਆ ਜੀ? ਸਿਹਾਲਾ ਜੀ। ਕੀ ਰੌਲਾ ਹੋਇਆ ਅੱਜ ਤੁਹਾਡਾ? ਸਰ ਲਖਵਿੰਦਰ ਸਿੰਘ ਪਿੰਦਾ ਟੋਡਰਪੁਰੀਆ ਜੀ। ਅਸੀਂ ਅੰਦਰ ਬੈਠੇ ਸੀਗੇ, ਆਪਣੇ ਬੱਚੇ ਮੇਰੇ ਅੰਦਰੇ ਸੀਗੇ ਤੇ ਬਾਹਰੋਂ ਆ ਕੇ ਕਿਹਾ ਤੇ ਬਾਹਰ ਆ ਗਏ ਨੇ ਉਹ। ਮੈਂ ਆਪਣੇ ਬੱਚਿਆਂ ਨੂੰ ਛਡਾਉਣ ਵਾਸਤੇ ਗਈ, ਉਹਨਾਂ ਨੇ ਕੁੱਟਮਾਰ ਕੀਤੀ। ਕਾਰਨ ਕੀ ਹੈ? ਕਾਰਨ ਕੀ, ਜ਼ਮੀਨ ਵਾਹੁਣ ਆਏ ਸੀਗੇ ਜੀ ਸਾਡੀ। ਉਹ ਕਬਜ਼ਾ ਲੈਣ ਆਏ ਸੀ ਸਾਡੀ ਜ਼ਮੀਨ ਦਾ। ਕਾਹਦੇ ਵਾਸਤੇ? ਕਿਉਂ ਕਾਹਦਾ ਕਬਜ਼ਾ ਲੈਣਾ? ਕੋਈ ਰੌਲਾ ਸੀਗਾ ਜੀ ਪੈਸੇ ਪੂਸਿਆਂ ਦਾ, ਉਹਦੇ ਵਾਸਤੇ ਸਾਡੀ ਜ਼ਮੀਨ ਦਾ ਉਹ ਕਬਜ਼ਾ ਲੈਣ ਆਏ ਸੀਗੇ। ਮੈਂ ਆਪਣੇ ਬੱਚੇ ਲੈਣ ਗਈ ਤੇ ਕੁੱਟਮਾਰ ਕੀਤੀ, ਮੇਰੇ ਸਾਰੇ ਕੱਪੜੇ ਪਾੜਤੇ ਉਹਨਾਂ ਨੇ, ਬੁਰਾ ਹਾਲ ਕਰਤਾ। ਸੱਟਾਂ ਬਹੁਤ ਮਾਰੀਆਂ, ਢੂਹੀ ਤੇ ਬਹੁਤ ਮੁੰਡਿਆਂ ਨੇ ਡੰਡੇ ਮਾਰੇ ਜੀ ਮੇਰੇ। ਬਹੁਤ ਕਿੰਨੇ ਬੰਦੇ ਸੀਗੇ ਉਹ? ਉਹ ਬੰਦੇ ਗੱਡੀ ਭਰ ਕੇ ਆਈ ਹੋਈ ਸੀ ਬਹੁਤ, ਬਾਕੀ ਤੁਰ ਕੇ ਵੀ ਆਏ ਹੋਏ ਸੀ, ਕਾਫੀ ਬੰਦੇ ਸੀਗੇ ਉਹ। ਨਹੀਂ ਟਰੈਕਟਰ ਤੁਹਾਡੇ ਕੀ? ਟਰੈਕਟਰ ਲੈ ਕੇ ਆਏ ਸੀਗੇ। ਉਹਦੇ ਟਰੈਕਟਰ ਉੱਥੇ ਖੜਾ, ਲਾਲ ਰੰਗ ਦਾ ਟਰੈਕਟਰ, ਗੱਡੀ ਹੈ ਫਿੱਕੀ ਜੀ ਉਹਨਾਂ ਦੀ। ਕੀ ਮੰਗ ਕਰਦੇ ਹੋ? ਕੀ ਮੰਗ ਕਰਦੇ ਪ੍ਰਸ਼ਾਸਨ ਨੂੰ? ਅਸੀਂ ਮੰਗ ਕਰਦੇ ਜੀ ਸਾਡਾ ਇਹ ਇਨਸਾਫ ਹੋਣਾ ਚਾਹੀਦਾ। ਦੱਸੋ ਜਾਂ ਸਾਡੇ ਪੈਸੇ ਦਿੱਤੇ ਹੋਏ ਨੇ ਸਾਤੋਂ ਕਿਉਂ ਇੱਕਣ ਸਾਡੇ ਨਾਲ ਧੱਕਾ ਹੋ ਰਿਹਾ ਹੈ? ਦੂਜੇ ਪਾਸੇ ਜਦੋਂ ਆੜਤੀ ਲਖਵਿੰਦਰ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕੀ ਕਿਹਾ, ਆਓ ਜਾਣਦੇ ਹਾਂ। ਅੱਛਾ, ਕੀ ਗੱਲ ਹੋਈ ਹੈ? ਕੀ ਇਹ ਰੌਲਾ ਹੈ? ਮੇਰੇ ਭਰਾ ਨੇ ਜਸਵਿੰਦਰ ਸਿੰਘ ਨੇ 2005 'ਚ ਇਹਨਾਂ ਨੂੰ ਪ੍ਰਨੋਟ ਤੇ ਪੈਸੇ ਦਿੱਤੇ ਹੋਏ ਸੀ। ਚਲੋ ਜੀ, ਅਸੀਂ ਜੁਆਇੰਟ ਫੈਮਿਲੀ ਸੀ, ਭਾਵੇਂ ਮੇਰਾ ਭਰਾ। ਅਸੀਂ ਇਹਨਾਂ ਨੂੰ ਬਾਰ-ਬਾਰ ਪੈਸਿਆਂ ਬਾਰੇ ਪੁੱਛਦੇ ਰਹੇ। ਇਹ ਆਨਾਕਾਨੀ ਕਰਦੇ ਰਹੇ। ਉਹ ਤੋਂ ਬਾਅਦ ਇਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਵੀ ਅਸੀਂ ਤੁਹਾਡੇ ਪੈਸੇ ਨਹੀਂ ਦੇਣੇ। ਅਸੀਂ ਕੋਰਟ ਕੇਸ ਲਾਇਆ ਜੀ। ਕੋਰਟ ਕੇਸ ਲਾਇਆ ਹੋਇਆ, ਕੋਰਟ ਕੇਸ ਸਾਡੇ ਹੱਕ 'ਚ ਡਿਗਰੀ ਹੋ ਗਿਆ।
ਕੋਰਟ ਨੇ ਨਿਲਾਮੀ ਦੀ ਤਰੀਕ ਰੱਖਤੀ। ਸਿਆਲੇ ਸੁਸਾਇਟੀ ਹੈ ਇੱਥੇ ਪਿੰਡ ਵਿੱਚ, ਉੱਥੇ ਨਿਲਾਮੀ ਹੋਈ। ਮੇਵਾ ਸਿੰਘ ਗੋਸਲਾ ਨੇ ਉਹ ਨਿਲਾਮੀ ਦੀ ਬੋਲੀ ਦੇ ਦਿੱਤੀ। ਬੋਲੀ ਉਹਦੇ ਨਾਂ ਤੇ ਟੁੱਟ ਗਈ। ਉਸ ਤੋਂ ਬਾਅਦ ਫਿਰ ਉਹ ਡਿਗਰੀ ਕੇਸ ਉਹਦੇ ਨਾਂ ਤੇ ਹੋ ਗਿਆ ਜੀ, ਉਹਦੀ ਮੌਤ ਹੋ ਗਈ। ਉਹ ਤੋਂ ਬਾਅਦ ਉਹਦੇ 2 ਵਾਰਸ ਤੇ ਪਲਵਿੰਦਰ ਸਿੰਘ ਤੇ ਸਤਿੰਦਰ ਸਿੰਘ। ਜਿਹੜਾ ਇਸ ਜਗ੍ਹਾ ਦਾ ਰੌਲਾ ਹੈ ਉਹ ਇੰਤਕਾਲ ਪਲਵਿੰਦਰ ਸਿੰਘ ਤੇ ਸਤਿੰਦਰ ਸਿੰਘ ਦੇ ਨਾਂ ਹੋ ਗਿਆ, ਇੰਤਕਾਲ ਚੜ੍ਹ ਚੁੱਕਾ। ਫਰਦ ਪਲਵਿੰਦਰ ਸਿੰਘ ਦੇ ਕੋਲ ਆ। ਕੱਲ੍ਹ ਵੀ ਅਸੀਂ ਪਰਸੋਂ ਵੀ 2 ਵਾਰ ਇਹਨਾਂ ਦੇ ਘਰੇ ਆਏ ਵੀ ਭਾਈ ਤੁਸੀਂ ਕੰਪਰੋਮਾਈਜ਼ ਕਰ ਲਓ, ਪੈਸੇ ਦੇ ਦਿਓ, ਆਪਣੀ ਜਗ੍ਹਾ ਲੈ ਲਓ। ਇਹ ਕਹਿੰਦੇ ਜੀ ਅਸੀਂ ਨਹੀਂ ਦੇਣੀ, ਤੁਸੀਂ ਜਿਹੜਾ ਕੋਈ ਕਰਨਾ ਕਰ ਲਓ। ਤੇ ਉਸ ਤੋਂ ਬਾਅਦ ਉਹ ਪਲਵਿੰਦਰ ਸਿੰਘ ਮੇਰੇ ਮਾਮੇ ਦਾ ਬੇਟਾ, ਮੈਂ ਨਾਲ 1-2 ਬੰਦੇ ਹੋਰ ਆਏ। ਅਸੀਂ ਆ ਕੇ ਜ਼ਮੀਨ ਦੀ ਵਾਹੀ ਸ਼ੁਰੂ ਕਰ ਦਿੱਤੀ। ਇਹ ਅੰਦਰੋਂ ਡਾਂਗਾ ਸੋਟੇ ਲੈ ਕੇ ਚਲੇ ਗਏ, ਲੜਾਈ ਹੋ ਗਈ। ਉੱਧਰਲੇ ਬੰਦੇ ਉੱਧਰ ਨੂੰ ਚਲੇ ਗਏ, ਇਹ ਇੱਧਰ ਨੂੰ ਆ ਗਏ ਨੇ। ਉਸ ਤੋਂ ਬਾਅਦ ਕੋਈ ਗੱਲ ਨਹੀਂ, ਮੈਂ ਉੱਥੇ ਹੀ ਬੈਠਾ ਸੀਗਾ। ਵੀਰ ਵੀ ਮੈਨੂੰ ਕਹਿੰਦਾ, ਬੱਚੇ ਵੀ ਇਹਨਾਂ ਦੇ ਕਹਿੰਦੇ ਵੀਰ ਤੂੰ ਅੰਦਰ ਬਹਿ ਜਾ, ਪਾਣੀ ਧਾਣੀ ਪੀ, ਕਿਉਂ ਜੀ ਇਹੀ ਹੋਈ ਆ। ਘਰ ਦੇ ਬੰਦੇ ਲੈ ਕੇ ਹਾਂਜੀ ਹਾਂਜੀ, ਉੱਥੇ ਬਾਹਰ ਜਿੱਥੇ ਸੜਕ ਕੋਲ ਮੈਂ ਕੰਧ ਤੇ ਬੈਠਾ ਸੀਗਾ। ਨਹੀਂ ਕਬਜ਼ਾ ਕਰਨਾ ਸੀ ਤੁਸੀਂ ਜੀ ਅੱਜ? ਅਸੀਂ ਜੀ ਆਪਣੀ ਜਗ੍ਹਾ ਦਾ ਕਬਜ਼ਾ ਲੈਣਾ ਸੀ, ਇਹ ਕਲੀਅਰ ਆ। ਅੱਛਾ ਹਾਂਜੀ ਹਾਂਜੀ। ਨਹੀਂ ਇਹ ਤਾਂ ਕਹਿੰਦੇ ਸਾਡਾ ਜੀ ਆੜਤ ਦਾ 20 ਜਾਂ 50,000 ਰੁਪਏ ਦਾ ਰੌਲਾ ਸੀ, ਪੈਸੇ ਦਿੱਤੇ ਹੋਏ ਨੇ। ਨਹੀਂ ਜੀ ਨਹੀਂ ਵੀ ਸਾਡੇ ਨਾਲ ਧੱਕਾ ਹੋ ਰਿਹਾ। ਨਹੀਂ ਜੀ ਨਹੀਂ, ਇਹ ਤਾਂ 10 ਸਾਲ ਕੇਸ ਚੱਲਿਆ ਜੀ। 10 ਸਾਲ ਕੇਸ ਚੱਲਣ ਤੋਂ ਬਾਅਦ ਕੇਸ ਡਿਗਰੀ ਹੋਇਆ। ਨਹੀਂ ਜੇ ਡਿਗਰੀ ਹੋ ਤੁਸੀਂ ਪੁਲਿਸ ਨੂੰ ਲੈ ਕੇ ਨਾਲ ਕਬਜ਼ਾ ਕਰ ਲੈਣਾ ਸੀ, ਸਰਕਾਰ ਨੂੰ ਕਹਿ ਕੇ ਕਰਾਉਣਾ ਸੀਗਾ ਜੀ। ਚਲੋ ਜੀ ਹੁਣ ਅਸੀਂ ਨਹੀਂ ਕੋਈ ਇੰਨੀ ਗੌਰ ਕਰੀ, ਸੀ ਆਪ ਆ ਕੇ। ਚਲੋ ਉਸ ਤੋਂ ਬਾਅਦ ਇਹਨਾਂ ਦੇ ਬੱਚਿਆਂ ਨੇ ਵੀ ਮਾੜਾ ਮੋਟਾ ਡਾਂਗ ਸੁੱਟਾ ਕਰਿਆ, ਜਿਹੜੇ ਮੇਰੇ ਨਾਲ ਸੀਗੇ ਉਹਨਾਂ ਨੇ ਵੀ ਕਰਿਆ। ਮਾੜੀ ਮੋਟੀ ਸੱਟ ਮੇਰੇ ਵੀ ਲੱਗੀ, ਇੱਕ ਇਹਨਾਂ ਦੇ ਬੇਟੇ ਦੇ ਵੀ ਲੱਗੀ। ਨਹੀਂ ਇੱਕ ਜਨਾਨੀਆਂ ਦੇ ਕੱਪੜੇ ਪਾੜੇ ਨੇ? ਨਾ ਜੀ ਬਿਲਕੁਲ ਗਲਤ ਗੱਲ ਆ। ਇੱਕ ਭਤੀਜੇ ਦੇ ਸੱਟ ਲੱਗੀ ਮੇਰੇ ਦੇ। ਉਹ ਤੋਂ ਬਾਅਦ ਬੰਦੇ ਇੱਧਰ ਉੱਧਰ ਕਰਤੇ ਭਾਈਚਾਰੇ ਨੇ। ਫਿਰ ਇਹ ਵੀਰ ਇਹਨਾਂ ਦਾ ਬੇਟਾ ਉਹ ਮੈਨੂੰ ਅੰਕਲੇ ਕਹਿੰਦਾ, ਇਹ ਭਰਾ ਲੱਗਦੇ ਨੇ। ਇਹ ਕਹਿੰਦੇ ਜੀ ਆ ਜਾ ਤੁਸੀਂ ਅੰਦਰ ਬਹਿ ਜਾਓ। ਮੈਂ ਕਿਹਾ ਜੀ ਠੀਕ ਆ, ਮੈਂ ਬਹਿ ਜਾਂਦਾ। ਮੈਂ ਬੈਠਾ, ਵਿਚਾਰਿਆਂ ਨੇ ਮੈਨੂੰ 2 ਵਾਰ ਚਾਹ ਵੀ ਪਿਲਾਈ। ਇਸ ਪੂਰੇ ਮਾਮਲੇ ਬਾਰੇ ASI ਬਰਜਿੰਦਰ ਸਿੰਘ ਦਾ ਕੀ ਕਹਿਣਾ ਹੈ, ਇਹ ਵੀ ਜ਼ਰਾ ਸੁਣੋ। ਜਿਹੜੇ ਅੱਜ ਆਸਿਆਂ ਵਾਲੀ ਲੜਾਈ ਹੋਈ ਕੀ ਹੈ ਜੀ, ਜਿਹੜਾ ਇੱਕ ਕਬਜ਼ੇ ਲੈਣ ਨੂੰ ਆਏ ਸੀਗੇ ਬੰਦਿਆਂ ਨੂੰ ਘਰੇ ਬਿਠਾਇਆ ਟਰੈਕਟਰ ਲੈ, ਕੀ ਹੈਗਾ ਜੀ ਪੂਰਾ? ਇਹਦੇ 'ਚ ਸਾਨੂੰ ਤਾਂ ਅਜੇ ਜਸਟ ਹੁਣੇ ਹੀ ਪਤਾ ਲੱਗਾ ਕਿ ਇੱਥੇ ਲੜਾਈ ਝਗੜਾ ਜ਼ਮੀਨ ਦੇ ਕਬਜ਼ੇ ਦੇ ਸੰਬੰਧ 'ਚ ਹੋਇਆ। ਇਹਦੇ 'ਚ ਲਖਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਟੋਡਰਪੁਰ ਜਿਹੜੇ ਇੱਥੇ ਆਏ ਸੀਗੇ ਆਪਣੇ ਅਦਾਲਤੀ ਕੇਸ ਰਾਹੀਂ ਕਬਜ਼ਾ ਲੈਣ ਵਾਸਤੇ, ਜਿ ਉਹਨਾਂ ਦੇ ਮੁਤਾਬਕ। ਪਰ ਜਿਹੜੇ ਜਗਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸਿਹਾਲਾ ਨੇ, ਉਹਨਾਂ ਨੇ ਇਹਨੂੰ ਇਸ ਸੰਬੰਧੀ ਰੋਕਿਆ ਸੀ। ਉਸ ਸੰਬੰਧੀ ਇਹਨਾਂ ਦਾ ਆਪਸੀ ਲੜਾਈ ਝਗੜਾ ਹੋਇਆ ਤੇ ਅੱਗੇ ਅਗਲੀ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਕੀ ਟਰੈਕਟਰ ਵੀ ਉਹਨਾਂ ਨੇ ਫੜ ਕੇ ਅੰਦਰ ਲੈ ਕੇ ਆਈ। ਟਰੈਕਟਰ ਜਿਹੜਾ ਉਹਨਾਂ ਦਾ ਜਿਹੜਾ ਵਾਹੁਣ ਵਾਸਤੇ ਲਿਆਂਦਾ ਸੀ, ਉਹਨਾਂ ਨੇ ਦੂਜੀ ਧਿਰ ਨੇ, ਜਗਜੀਤ ਸਿੰਘ ਧਿਰ ਨੇ ਇੱਥੇ ਰੱਖਿਆ, ਆਪਣੇ ਕੋਲ ਘਰ ਖੜਾ ਕੀਤਾ। ਬਾਕੀ ਪੜਤਾਲ ਤੋਂ ਬਾਅਦ ਪਤਾ ਲੱਗੂਗਾ ਕੀ ਕਾਰਵਾਈ ਕੋਈ ਪਤਾ ਲੱਗਿਆ ਜਿਵੇਂ ਕਿ ਵੀ ਕਬਜ਼ਾ ਲੈਣ ਆਏ ਸੀਗੇ, ਕੋਈ ਇਹਨਾਂ ਦਾ ਅਦਾਲਤੀ ਹੁਕਮ ਨਾਲ ਲੈ ਕੇ ਅਸੀਂ ਜਾਂ ਕੋਈ? ਨਹੀਂ, ਅਜੇ ਤੱਕ ਨਾ ਅਸੀਂ ਅਦਾਲਤੀ ਹੁਕਮ ਦੇਖਿਆ, ਨਾ ਸਾਨੂੰ ਪਤਾ ਕਿ ਇਹਨਾਂ ਕੋਲ ਅਦਾਲਤੀ ਹੁਕਮ ਹੈ ਜਾਂ ਨਹੀਂ ਹੈ। ਵਿਪਿਨ ਭਾਰਤਵਾਜ ਦੀ ਰਿਪੋਰਟ ਦੇ ਨਾਲ ਦੀ TVNRI। ਪੰਜਾਬੀ ਗਾਇਕ ਜੈਜ਼ੀ ਬੀ ਦੀ ਜੇਕਰ ਗੱਲ ਕਰੀਏ ਤਾਂ ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ। ਦੱਸਦੇ ਕਿ ਟਵਿੱਟਰ ਨੇ ਜੈਜ਼ੀ ਬੀ ਤੋਂ ਇਲਾਵਾ ਹੋਰ ਵੀ 4 ਅਕਾਊਂਟ ਸਸਪੈਂਡ ਕੀਤੇ ਨੇ। ਆਖਿਰ ਉਹਨਾਂ ਦਾ ਅਕਾਊਂਟ ਕਿਉਂ ਸਸਪੈਂਡ ਕੀਤਾ ਗਿਆ, ਆਓ ਇਹ ਵੀ ਜਾਣਦੇ ਹਾਂ। ਪੰਜਾਬ ਦੇ ਮਸ਼ਹੂਰ ਕਲਾਕਾਰ ਤੇ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ। ਜੀ ਤਾਂ ਦੱਸਦੀ ਹੈ ਕਿ ਟਵਿੱਟਰ ਨੇ ਉਹਨਾਂ ਦੇ ਅਕਾਊਂਟ ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਦੇ ਉੱਘੇ ਗਾਇਕ ਜੈਜ਼ੀ ਬੀ ਦਾ ਅਕਾਊਂਟ ਟਵਿੱਟਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਟਵਿੱਟਰ ਨੇ ਇਸ ਦਾ ਖੁਲਾਸਾ ਕੀਤਾ ਕਿ ਉਸਨੇ ਭਾਰਤ ਸਰਕਾਰ ਦੀ ਇੱਕ ਨਵੀਂ ਕਾਨੂੰਨੀ ਬੇਨਤੀ ਦੀ ਪਾਲਣਾ ਕਰਨ ਲਈ ਭਾਰਤ ਵਿੱਚ 4 ਅਕਾਊਂਟ ਬਲੌਕ ਕਰ ਦਿੱਤੇ ਨੇ, ਜਿਸ ਦੇ ਵਿੱਚ ਹਿਪ ਹੌਪ ਕਲਾਕਾਰ ਐਲਫਰੈਸ਼ ਦਾ ਲਾਇਨ ਅਤੇ ਗਾਇਕ ਤੇ ਗੀਤ ਲੇਖਕ ਜੈਜ਼ੀ ਬੀ ਦਾ ਨਾਮ ਵੀ ਸ਼ਾਮਿਲ ਹੈ। ਇਸ ਸਾਲ ਦੇ ਸ਼ੁਰੂ ਵਿੱਚ ਨਵੀਂ ਦਿੱਲੀ ਦੇ ਆਦੇਸ਼ ਦਾ ਸੰਖੇਪ ਰੂਪ ਵਿੱਚ ਪਾਲਣ ਕਰਨ ਤੋਂ ਬਾਅਦ ਕੰਪਨੀ ਨੇ ਉਹਨਾਂ ਖਾਤਿਆਂ ਨੂੰ ਬਲੌਕ ਕਰ ਦਿੱਤਾ ਹੈ ਜਿਸ ਨੇ ਟਵੀਟ ਪੋਸਟ ਕਰਕੇ ਭਾਰਤ ਸਰਕਾਰ ਦੀ ਨੀਤੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਸੀ। ਉੱਥੇ ਟਵਿੱਟਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਦੋਂ ਕੰਪਨੀ ਨੂੰ ਕੋਈ ਜਾਇਜ਼ ਕਾਨੂੰਨੀ ਬੇਨਤੀ ਮਿਲਦੀ ਹੈ ਤਾਂ ਉਹ ਆਪਣੇ ਨਿਯਮਾਂ ਅਤੇ ਸਥਾਨਕ ਕਾਨੂੰਨਾਂ ਦੋਵਾਂ ਤਹਿਤ ਇਸ ਦੀ ਸਮੀਖਿਆ ਕਰਦਾ ਹੈ। ਉਹਨੇ ਦੱਸਿਆ ਕਿ ਸਾਰੇ 4 ਖਾਤਿਆਂ ਨੂੰ ਭਾਰਤ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਦੇਸ਼ ਵਿੱਚ ਬਲੌਕ ਕਰਨ ਦੇ ਆਦੇਸ਼ ਦਿੱਤੇ ਸਨ, ਜਿਨ੍ਹਾਂ
ਨੇ ਖੇਤੀਬਾੜੀ ਸੁਧਾਰਾਂ ਦਾ ਵਿਰੋਧ ਕੀਤਾ ਸੀ ਅਤੇ ਕੁਝ ਹੋਰ ਟਵੀਟ ਵੀ ਕੀਤੇ ਸਨ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਰਤ ਵਿੱਚ 7 ਸਾਲਾਂ ਦੇ ਸ਼ਾਸਨ ਦੀ ਆਲੋਚਨਾ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਜੇਕਰ ਕੰਟੈਂਟ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਸਮੱਗਰੀ ਨੂੰ ਸੇਵਾ ਤੋਂ ਹਟਾ ਦਿੱਤਾ ਜਾਂਦਾ ਹੈ। ਜੇਕਰ ਇਹ ਕਿਸੇ ਵਿਸ਼ੇਸ਼ ਅਧਿਕਾਰ ਖੇਤਰ ਵਿੱਚ ਗੈਰ ਕਾਨੂੰਨੀ ਹੈ ਪਰ ਟਵਿੱਟਰ ਨਿਯਮਾਂ ਦੀ ਉਲੰਘਣਾ ਵਿੱਚ ਨਹੀਂ, ਤਾਂ ਉਹ ਸਿਰਫ ਭਾਰਤ ਵਿੱਚ ਭੜਕਾਊ ਤੇ ਗੈਰ ਕਾਨੂੰਨੀ ਕੰਟੈਂਟ ਦੀ ਪਹੁੰਚ ਨੂੰ ਰੋਕ ਸਕਦੇ ਨੇ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਸਿੱਧੇ ਤੌਰ ਤੇ ਖਾਤਾ ਧਾਰਕ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਪਤਾ ਹੋਵੇ ਕਿ ਅਕਾਊਂਟ ਨਾਲ ਸੰਬੰਧਿਤ ਉਹਨਾਂ ਨੂੰ ਇੱਕ ਕਾਨੂੰਨੀ ਆਰਡਰ ਮਿਲਿਆ ਹੈ। ਉੱਥੇ ਇਸ ਸਾਲ ਦੇ ਸ਼ੁਰੂ ਵਿੱਚ ਨਵੀਂ ਦਿੱਲੀ ਦੇ ਆਦੇਸ਼ ਦਾ ਸੰਖੇਪ ਰੂਪ ਵਿੱਚ ਪਾਲਣ ਕਰਨ ਤੋਂ ਬਾਅਦ ਟਵਿੱਟਰ ਨੇ ਉਹਨਾਂ ਖਾਤਿਆਂ ਨੂੰ ਬਲੌਕ ਕਰ ਦਿੱਤਾ ਹੈ ਜਿਸ ਨੇ ਟਵੀਟ ਪੋਸਟ ਕਰਕੇ ਭਾਰਤ ਸਰਕਾਰ ਦੀ ਨੀਤੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਸੀ, ਜਿਨ੍ਹਾਂ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਤੇ ਗਾਇਕ ਜੈਜੀ ਬੀ ਦਾ ਨਾਮ ਵੀ ਸ਼ਾਮਲ ਹੈ, ਜਿਨ੍ਹਾਂ ਦੇ ਟਵਿੱਟਰ ਅਕਾਊਂਟ ਤੇ ਰੋਕ ਲਗਾ ਦਿੱਤੀ ਗਈ ਹੈ। ਬਿਊਰੋ ਰਿਪੋਰਟ ਦ ਟੀਵੀ NRI। ਹੁਣ ਗੱਲ ਕਰ ਲੈਂਦੇ ਹਾਂ ਅੰਮ੍ਰਿਤਸਰ ਦੀ, ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਆਪਸੀ ਝੜਪ ਹੋ ਗਈ। ਦੱਸ ਦਈਏ ਕਿ ਇੱਕ ਵਿਧਵਾ ਔਰਤ ਦੇ ਵੱਲੋਂ ਉਸ ਦੇ ਨਾਲ ਕੁੱਟਮਾਰ ਕਰਨ ਦੇ ਆਰੋਪ ਵੀ ਲਗਾਏ ਗਏ ਨੇ ਤੇ ਉਸ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾ ਹੀ CCTV ਦੇ ਵਿੱਚ ਕੈਦ ਹੋ ਗਈ ਹੈ। ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਤਿੰਮੋਵਾਲ ਦੇ ਵਿੱਚ ਜ਼ਮੀਨ ਜਾਇਦਾਦ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਆਪਸੀ ਝਗੜਾ ਹੋ ਗਿਆ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਵਿਧਵਾ ਔਰਤ ਰਣਧੀਰ ਕੌਰ ਵੱਲੋਂ ਇਲਜ਼ਾਮ ਲਗਾਏ ਗਏ ਕਿ ਮਾਮਲੇ ਝਗੜੇ ਨੂੰ ਲੈ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਉਸਨੇ ਦੱਸਿਆ ਕਿ ਇਹ ਸਾਰੀ ਘਟਨਾ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਚੁੱਕੀ ਹੈ। ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਦੇ ਵੱਲੋਂ CCTV ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਆਓ ਪਹਿਲਾਂ ਜਾਣਦੇ ਹਾਂ ਕਿ ਪੀੜਤ ਔਰਤ ਰਣਧੀਰ ਕੌਰ ਦਾ ਕੀ ਕਹਿਣਾ ਹੈ। ਮੈਨੂੰ ਵੀਰ ਜੀ ਬਹੁਤ ਕੁੱਟਮਾਰ ਕੀਤੀ ਇਹਨਾਂ ਨੇ, ਮੇਰੇ ਤੋਂ ਬੋਲਿਆ ਨਹੀਂ ਜਾਣਾ। ਕਿੰਨਾ ਜਨਾਨੀਆਂ ਨੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਮੇਰੇ ਨਾਲ। ਬਾਤ ਕੀ ਹੋਇਆ ਤੁਹਾਡੇ? ਮੇਰੀ ਬਾਂਹ ਤੇ ਇਹਨਾਂ ਨੇ ਸੱਟ ਲਾਈ ਹੈ। ਕਿਹੜੀ ਚੀਜ਼ ਨਾਲ? ਹਾਂਜੀ, ਕੀ ਮਾਰਿਆ ਇੱਥੇ? ਪਤਾ ਨਹੀਂ ਵੀਰ, ਵਾਵਾ ਜਣੇ ਸੀ, ਮੈਨੂੰ ਨਹੀਂ ਪਤਾ ਇਹਨਾਂ ਨੇ ਕੀ ਮਾਰਿਆ ਵਾ। ਮਨਜੀਤ ਕੌਰ, ਅਮਰਤਪਾਲ, ਕਲਜੀਤ ਕੌਰ, ਨਿਰਮਲ ਕੌਰ। ਉੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ SHO ਨੇ ਕੀ ਕਿਹਾ, ਇਹ ਵੀ ਜ਼ਰਾ ਸੁਣੋ। ਰਣਬੀਰ ਕੌਰ ਵਾਸੀ ਤਿੰਮੋਵਾਲ ਤੇ ਉਸਦੇ ਭਤੀਜੇ ਬਲਵਿੰਦਰ ਸਿੰਘ ਨਾਲ ਇੱਕ ਪਲਾਟ ਨੂੰ ਲੈ ਕੇ ਕਨਫਲਿਕਟ ਚੱਲ ਰਿਹਾ, ਜੋ ਰਣਬੀਰ ਕੌਰ ਨੇ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ, ਜਿਸ ਤੇ ਕੋਰਟ ਨੇ ਸਟੇ ਆਰਡਰ ਜਾਰੀ ਕੀਤਾ ਕਿ ਉੱਥੇ ਦੂਸਰੀ ਧਿਰ ਜਿਹੜੀ ਹੈ ਕੋਈ ਦਖਲਅੰਦਾਜ਼ੀ ਨਹੀਂ ਕਰੇਗੀ। ਜੋ ਦੂਜੀ ਧਿਰ ਨੂੰ ਨੋਟ ਕਰਾ ਦਿੱਤਾ ਗਿਆ ਕਿ ਜਿਹੜਾ ਪਲਾਟ ਹੈ ਇਹਦੇ ਰਿਗਾਰਡਿੰਗ ਕੋਰਟ ਵਿੱਚ ਕੇਸ ਜਿਹੜਾ ਰਣਬੀਰ ਕੌਰ ਨੇ ਦਰਜ ਕੀਤਾ ਹੈ, ਜਿਸ ਦੀ ਅਗਲੀ ਤਰੀਕ 5 ਜੂਨ ਹੈਗੀ ਹੈ, 5 ਜੁਲਾਈ, ਅੱਜ 5 ਜੂਨ ਨੂੰ ਫੈਸਲਾ ਆਇਆ ਸੀ, 5 ਜੁਲਾਈ ਦੀ ਅਗਲੀ ਤਰੀਕ ਹੈ ਤੇ ਉਦੋਂ ਤੱਕ ਕੋਈ ਵੀ ਪਾਰਟੀ ਉੱਥੇ ਕੋਈ ਕੰਸਟਰਕਸ਼ਨ ਜਾਂ ਕੋਈ ਹੋਰ ਕੰਮ ਨਹੀਂ ਕਰੇਗੀ। ਜੋ ਕੋਰਟ ਦਾ ਫੈਸਲਾ ਹੋਏਗਾ ਉਹੀ ਜਿਹੜਾ ਦੋਵਾਂ ਧਿਰਾਂ ਨੂੰ ਜਿਹੜਾ ਮੰਨਣਾ ਪਏਗਾ, ਉਹ ਦੋਨਾਂ ਧਿਰਾਂ ਨੂੰ ਨੋਟ ਕਰਾ ਦਿੱਤਾ ਗਿਆ। ਰਣਧੀਰ ਕੌਰ ਵੱਲੋਂ ਕਿਹਾ ਗਿਆ ਕਿ ਪੁਲਿਸ ਪਾਰਟੀ ਸਾਡੇ ਕੋਲ ਆਈ ਪਰ ਸਾਡੀ ਸੁਣਾਈ ਨਹੀਂ ਕੀਤੀ, ਦੂਸਰੀ ਧਿਰ ਦੇ ਵਿੱਚ ਬੜੀ ਸੁਣਾਈ ਕਰ ਰਹੀ, ਇਸ ਤਰ੍ਹਾਂ ਦਾ ਕੁਝ ਹੈ ਜੀ? ਦੇਖੋ ਜੀ, ਦੋਨੋਂ ਪਾਰਟੀ ਇਹਦੇ ਉੱਤੇ ਪਲਾਟ ਤੇ ਆਪਣਾ ਹੱਕ ਜਤਾਉਂਦੇ ਸੀ। ਜੋ ਉਹਨਾਂ ਨੇ ਕੋਰਟ ਵਿੱਚ ਕੇਸ ਕੀਤਾ, ਜੋ ਵੀ ਕੋਰਟ ਦਾ ਫੈਸਲਾ ਹੋਏਗਾ ਉਹੀ ਲਾਗੂ ਹੋਏਗਾ। ਪੁਲਿਸ ਵਿੱਚ ਸਿਰਫ ਲੜਾਈ ਝਗੜੇ ਦਾ ਉਹਨਾਂ ਦਾ ਮੈਟਰ ਦੇਖ ਸਕਦੀ ਹੈ। ਪਲਾਟ ਦੇ ਪੋਜੀਸ਼ਨ ਦਾ ਜਿਹੜਾ ਵਾ ਕੋਰਟ ਵੱਲੋਂ ਫੈਸਲਾ ਕੀਤਾ ਜਾਏਗਾ। ਅੰਮ੍ਰਿਤਸਰ ਤੋਂ ਹਰਦੇਵ ਪ੍ਰਿੰਸ ਦੀ ਰਿਪੋਰਟ ਦੇ ਨਾਲ ਦੀ ਟੀਵੀ NRI। ਗੁਰਦਾਸਪੁਰ ਦੀ ਜੇਕਰ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਵਿੱਚ ਸੰਨੀ ਦਿਓਲ ਦੇ ਖਿਲਾਫ ਨੌਜਵਾਨਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ ਦੇ ਇਲਾਕੇ ਦੇ ਵਿੱਚ ਵੀ ਉਹਨਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾ ਦਿੱਤੇ ਗਏ ਨੇ ਅਤੇ ਨੌਜਵਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਅਸਤੀਫੇ ਦੀ ਮੰਗ ਵੀ ਸੰਨੀ ਦਿਓਲ ਦੇ ਵੱਲੋਂ ਕੀਤੀ ਜਾ ਰਹੀ ਹੈ। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ MP ਸੰਨੀ ਦਿਓਲ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਅਤੇ ਅੱਜ ਗੁਰਦਾਸਪੁਰ ਸ਼ਹਿਰ ਅੰਦਰ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੇ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਫੜ ਕੇ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਨੌਜਵਾਨਾਂ ਨੇ ਦੋਸ਼ ਲਗਾਏ ਨੇ ਕਿ ਸੰਸਦ ਸੰਨੀ ਦਿਓਲ ਨੇ ਪਿਛਲੇ ਲੰਬੇ ਸਮੇਂ ਤੋਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਕਰੋਨਾ ਮਹਾਮਾਰੀ ਦੌਰਾਨ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਕੀਤੀ। ਇਸ ਮੌਕੇ ਨੌਜਵਾਨਾਂ ਨੇ ਨੈਤਿਕਤਾ ਦੇ ਆਧਾਰ ਤੇ ਸੰਨੀ ਦਿਓਲ ਕੋਲੋਂ ਅਸਤੀਫੇ ਦੀ ਮੰਗ ਕੀਤੀ। ਆਓ ਜਾਣਦੇ ਹਾਂ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦਾ ਕੀ ਕਹਿਣਾ ਹੈ। ਕਿ ਅੱਜ ਅਸੀਂ ਆਪਣੇ ਗੁਰਦਾਸਪੁਰ ਦੇ MP ਨੂੰ ਲੱਭਦੇ ਪਏ ਹਾਂ ਸੜਕਾਂ ਦੇ ਉੱਪਰ ਘੁੰਮ ਕੇ, ਕਿਉਂਕਿ ਅਸੀਂ ਇਹਨਾਂ ਸੜਕਾਂ ਦੇ ਉੱਤੇ ਉਹਨਾਂ ਵਾਸਤੇ ਵੋਟਾਂ ਮੰਗੀਆਂ ਸੀ ਔਰ ਜਿਹੜਾ BJP ਦਾਅਵਾ ਕਰਦਾ ਸੀ ਕਿ ਇਹ ਸੰਨੀ ਦਿਓਲ ਨੂੰ ਤੁਸੀਂ MP ਬਣਾਓ ਤੇ ਇੱਥੇ ਅਸੀਂ ਗੁਰਦਾਸਪੁਰ ਦੀ ਡਿਵੈਲਪਮੈਂਟ ਕਰਾਵਾਂਗੇ ਔਰ ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਿਣ ਵਾਲਾ ਸੰਨੀ ਦਿਓਲ ਅੱਜ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਨਾਲ ਗਦਾਰੀ ਕਰ ਚੁੱਕਿਆ। ਜੋ ਉਹਦੇ ਪੁੱਤਰ ਹੋਣ ਦੇ ਫਰਜ਼ ਬਣਦੇ ਸੀ
ਉਹ ਤੇ ਆਪਣੇ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਵੀ ਨਹੀਂ ਨਿਭਾ ਸਕਿਆ। ਔਰ ਅੱਜ ਅਸੀਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕੰਪੇਨਿੰਗ ਕੀਤੀ ਉੱਦਾਂ ਹੀ ਸੜਕਾਂ ਦੇ ਉੱਤੇ ਘੁੰਮ ਕੇ ਜਿਹੜਾ ਯੂਥ ਉਹਦੇ ਵਾਸਤੇ ਵੋਟਾਂ ਮੰਗਦਾ ਸੀ, ਅੱਜ ਉਸ ਦੀ ਗੁੰਮਸ਼ੁਦੀ ਦੇ ਪੋਸਟਰ ਘਰ ਘਰ ਲਗਾ ਰਹੇ ਹਾਂ। ਜਿੱਥੇ ਉਹਨਾਂ ਚੌਂਕਾਂ ਦੇ ਵਿੱਚ ਕਿਤੇ ਉਹਨਾਂ ਦੇ ਵਾਸਤੇ ਮੀਟਿੰਗਾਂ ਹੋਈਆਂ ਸੀ, ਉਹਨਾਂ ਚੌਂਕਾਂ ਦੇ ਵਿੱਚ ਹੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸ਼ਾਇਦ ਕਿਸੇ ਨਾ ਕਿਸੇ ਨੁੱਕਰ ਦੇ ਵਿੱਚ ਗੁਰਦਾਸਪੁਰ ਦੀ ਸੰਨੀ ਦਿਓਲ ਲੁੱਕ ਕੇ ਬੈਠਾ ਹੋਵੇ ਤੇ ਸਾਡੇ ਨਾਲ ਚੱਲ ਕੇ ਆਪਣੀ ਹਲਕੇ ਦਾ ਲੋਕਾਂ ਦਾ ਹਾਲ ਪੁੱਛੇ ਔਰ ਸ਼ਾਇਦ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਪਰ ਪਿਛਲੇ 2.5 ਸਾਲ ਤੋਂ ਜਿਹੜਾ ਇਲੈਕਸ਼ਨ 2019 ਦੀ ਗਈ ਸੀਗੀ, ਸਾਡੇ ਗੁਰਦਾਸਪੁਰ ਦੇ ਲੋਕਾਂ ਨੇ ਬੜੇ ਚਾਅ ਤੇ ਉਮੀਦਾਂ ਦੇ ਨਾਲ ਇੱਕ ਸੈਲੀਬ੍ਰਿਟੀ ਨੂੰ ਬੜਾ ਜਿਤਾ ਕੇ ਭੇਜਿਆ ਸੀਗਾ, ਇਸ ਉਮੀਦਾਂ ਦੇ ਨਾਲ ਕਿ ਚਲੋ ਸਾਡੇ ਗੁਰਦਾਸਪੁਰ ਦਾ ਜਿਹੜਾ ਇੰਡਸਟਰੀਅਲ ਇਸ਼ੂ ਆ ਜਾਂ ਰੁਜ਼ਗਾਰੀ ਦਾ ਇਸ਼ੂ ਆ ਜਾਂ ਹੋਰ ਕਈ ਜਿਹੜੀ ਸਮੱਸਿਆਵਾਂ ਨੇ ਉਹ ਜਿਹੜੇ ਹੱਲ ਹੋਣਗੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 2.5 ਸਾਲ ਦਾ ਸਮਾਂ ਗੁਜ਼ਰ ਗਿਆ ਔਰ ਅੱਜ 2021 ਹੋ ਗਿਆ ਤੇ ਉਹਨਾਂ ਨੇ ਇੱਕ ਵਾਰ ਵੀ ਜ਼ਰੂਰੀ ਨਹੀਂ ਸਮਝਿਆ ਕਿ ਗੁਰਦਾਸਪੁਰ ਦੇ ਵਿੱਚ ਆਣ ਕੇ ਆਮ ਲੋਕ ਤੇ ਗਰੀਬ ਲੋਕਾਂ ਦੀ ਸਾਰ ਲਈ ਜਾਵੇ। ਆ ਜਿਵੇਂ ਪਿੱਛੇ ਹੁਣ ਕਰੋਨਾ ਦੌਰ ਵੀ ਲੰਘ ਕੇ ਗਿਆ, ਜਦੋਂ ਸ਼ੁਰੂਆਤੀ ਦਿਨ ਸੀਗੇ ਕਰੋਨਾ ਦੇ, ਲੋਕਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਸੀਗੀ, ਲੋਕਾਂ ਰਾਸ਼ਨ ਤੋਂ ਵਾਂਝੇ ਹੋ ਗਏ, ਲੋਕਾਂ ਦੇ ਕੰਮ ਕਾਜ ਠੱਪ ਹੋ ਗਏ, ਲੋਕ ਰੁਜ਼ਗਾਰ ਤੋਂ ਵਾਂਝੇ ਹੋ ਗਏ ਕਿ ਇੱਥੇ ਜ਼ਰੂਰੀ ਨਹੀਂ ਸੀ ਉਹਨਾਂ ਦਾ ਇੱਥੇ ਆਣ ਕੇ ਆਪਣਾ ਦਖਲ ਦੇਣਾ ਔਰ ਆਮ ਲੋਕਾਂ ਦੀ ਇੱਥੇ ਜਿਹੜੀ ਆਣ ਕੇ ਉਹ ਗੱਲ ਸੁਣਨੀ। ਉਹ ਗਾਂ 2.5 ਸਾਲ ਦਾ ਸਮਾਂ ਰਹਿ ਗਿਆ। ਮੈਂ ਤੇ ਇਹ ਕਹੂੰਗਾ ਵੀ ਜਿਹੜੇ 2.5 ਸਾਲ ਦੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਚੱਲਦਾ ਰਿਹਾ, ਜੇ ਵੀ ਉਹਨਾਂ ਨੇ ਜ਼ਰੂਰੀ ਨਾ ਸਮਝਿਆ ਤਾਂ ਮੈਂ ਕਹੂੰਗਾ ਵੀ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਆਪਣਾ ਅਸਤੀਫਾ ਜਿਹੜਾ ਵਾ ਉਹ ਦੇ ਦੇਣਾ ਚਾਹੀਦਾ ਵਾ। ਕਿਉਂਕਿ ਸਾਡੇ ਹੁਣ ਜਿੱਦਾਂ ਕਿਸਾਨੀ ਜਿਹੜਾ ਅੰਦੋਲਨ ਗਿਆ ਵਾ, ਪੰਜਾਬ ਦਾ ਪੁੱਤਰ ਜਿਹੜਾ ਉਹ ਅਖਵਾਉਂਦੇ ਸੀਗੇ ਸਾਡੇ ਪੰਜਾਬ ਦੇ ਲੋਕਾਂ ਨੇ, ਗੁਰਦਾਸਪੁਰ ਦੇ ਲੋਕਾਂ ਨੇ ਬੜੇ ਪਿਆਰ ਨਾਲ ਉਹਨੂੰ ਨਾਮ ਦਿੱਤਾ ਸੀ ਪੰਜਾਬ ਦਾ ਪੁੱਤਰ। ਦੱਸ ਦਿਓ ਅੱਜ ਵੀ ਜਿਹੜਾ ਪੰਜਾਬ ਦਾ ਪੁੱਤਰ ਕਿਸੇ ਕਿਸਾਨੀ ਨਾਲ ਜੁੜਿਆ ਹੋਵੇ ਜਾਂ ਕਿਸੇ ਆਮ ਲੋਕਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਸ਼ਾਮਿਲ ਹੋਵੇ। ਸੋ ਇਸੇ ਤਰ੍ਹਾਂ ਗੁਰਦਾਸਪੁਰ ਵਾਸੀਆਂ ਦੇ ਵਿੱਚ ਬੜਾ ਭਾਰੀ ਰੋਸ ਹੈ ਇਸ ਚੀਜ਼ ਨੂੰ ਲੈ ਕੇ। ਅਸੀਂ ਤਾਂ ਉਹਨਾਂ ਦੇ ਵੱਲੋਂ ਅੱਗੇ ਅਗਵਾਈ ਕੀਤੀ ਹੈ, ਅੱਗੇ ਹੋ ਕੇ ਉਹਨਾਂ ਦਾ ਰੋਸ ਪ੍ਰਦਰਸ਼ਨ ਕੀਤਾ। ਜੇ ਇਸੇ ਤਰ੍ਹਾਂ ਚੱਲਦਾ ਰਿਹਾ, ਜੇ ਉਹ ਗੁਰਦਾਸਪੁਰ 'ਚ ਆਏ ਤਾਂ ਅਸੀਂ ਉਹਨਾਂ ਦਾ ਕਿਸੇ ਵੀ ਇੱਥੇ ਕੋਈ ਪ੍ਰੋਗਰਾਮ ਹੋਇਆ ਉੱਥੇ ਵੀ ਜਾ ਕੇ ਅਸੀਂ ਉਹਨਾਂ ਦਾ ਜਿਹੜਾ ਉਹ ਵਿਰੋਧ ਕਰਾਂਗੇ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਦੇ ਨਾਲ ਦੀ ਟੀਵੀ NRI। ਸੋ ਇਹ ਤਾਂ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਅਜਿਹੀਆਂ ਹੀ ਖਬਰਾਂ ਦੇ ਲਈ ਜੁੜੇ ਰਹੋ ਕੈਨੇਡੀਅਨ ਮੀਡੀਆ ਦੀ ਟੀਵੀ NRI ਦੇ ਨਾਲ।